ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ। ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੈ DC ਮੋਟਰਸ MCQs, ਯਾਨੀ ਕਿ ਜਿਹੜੇ CBT ਐਗਜ਼ਾਮ ਦੀ ਤਿਆਰੀ ਕਰ ਰਹੇ ਆ ਬੱਚੇ, ITIs ਦੇ ਜਿਹੜੇ ਟ੍ਰੇਨਿਜ਼ ਨੇ ਉਹਨਾਂ ਦੇ ਲਈ ਜਿਹੜਾ DC ਮੋਟਰ ਦੇ MCQ ਦੀ ਅੱਜ ਵੀਡੀਓ ਬਣਾ ਰਹੇ ਹਾਂ। ਤਾਂ DC ਮੋਟਰ ਬੇਸਿਕਲੀ ਇੱਕ ਅਜਿਹੀ ਮਸ਼ੀਨ ਹੈ ਜਿਸ ਨੂੰ ਅਸੀਂ ਇਲੈਕਟ੍ਰੀਕਲ એનર્ਜੀ ਦਿੰਦੇ ਹਾਂ, ਇੱਕ DC ਸਪਲਾਈ ਦੇ ਰੂਪ ਵਿੱਚ ਇਲੈਕਟ੍ਰੀਕਲ એનર્ਜੀ ਦਿੰਦੇ ਹਾਂ ਔਰ ਉਸ ਤੋਂ ਮਕੈਨੀਕਲ ਪਾਵਰ ਪ੍ਰਾਪਤ ਕਰਦੇ ਹੈਗੇ ਹਾਂ। DC ਮੋਟਰ ਮੁੱਖ ਰੂਪ ਵਿੱਚ ਉਸ ਦੀ ਵਾਈਂਡਿੰਗ ਦੇ ਔਰ ਉਸ ਦੇ ਕਨੈਕਸ਼ਨ ਦੇ ਆਧਾਰ 'ਤੇ ਤਿੰਨ ਤਰ੍ਹਾਂ ਦੀ ਹੁੰਦੀ ਹੈ: DC ਸ਼ੰਟ ਮੋਟਰ, DC ਸੀਰੀਜ਼ ਮੋਟਰ ਔਰ DC ਕੰਪਾਊਂਡ ਮੋਟਰ। ਤਾਂ ਇਹਨਾਂ ਮੋਟਰਾਂ ਦੀ ਵਾਈਂਡਿੰਗ ਔਰ ਉਹਨਾਂ ਦੇ ਕਨੈਕਸ਼ਨ ਦੇ ਆਧਾਰ 'ਤੇ ਇਸ ਨੂੰ ਅਸੀਂ ਅੱਗੇ ਵੀ ਇਸ ਤੋਂ ਅੱਗੇ ਜਿਹੜੀਆਂ ਕੰਪਾਊਂਡ ਮੋਟਰ ਹੈ ਉਹ ਵੀ ਉਸ ਦੀਆਂ ਅਲੱਗ-ਅਲੱਗ ਕਿਸਮਾਂ ਆ ਜਾਂਦੀਆਂ ਨੇ, ਜਿਸ ਤਰ੍ਹਾਂ ਲੌਂਗ ਸ਼ੰਟ, ਸ਼ਾਰਟ ਸ਼ੰਟ, ਕਮੂਲੇਟਿਵ ਔਰ ਡਿਫਰੈਂਸ਼ੀਅਲ ਟਾਈਪ। ਸਾਡਾ ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ ਹੈਗਾ, DC ਮੋਟਰ ਦਾ ਕੰਮ ਕਰਨ ਦਾ ਕੀ ਸਿਧਾਂਤ ਹੈ, ਯਾਨੀ ਕਿ ਇੱਕ DC ਮੋਟਰ ਦਾ ਪ੍ਰਿੰਸੀਪਲ ਕੀ ਹੈਗਾ। ਆਪਸ਼ਨ A ਹੈਗੀਆਂ ਫੈਰਾਡੇ ਦੇ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਸਿਧਾਂਤ, B ਇਲੈਕਟ੍ਰੋਮੈਗਨੈਟਿਕ ਡਰੈਗ ਹੈ, C ਹੈਗਾ ਲੈਂਜ਼ ਲਾ ਹੈ ਔਰ D ਉਪਰੋਕਤ ਕੋਈ ਵੀ ਨਹੀਂ। ਤਾਂ ਇਹਨਾਂ ਦੇ ਵਿੱਚੋਂ ਜਿਹੜਾ B ਹੈਗਾ ਆਪਸ਼ਨ ਇਲੈਕਟ੍ਰੋਮੈਗਨੈਟਿਕ ਡਰੈਗ, ਇਸ ਸਿਧਾਂਤ ਦੇ ਉੱਪਰ DC ਮੋਟਰ ਕੰਮ ਕਰਦੀ ਹੈਗੀ ਆ। ਜੇ ਇਹਨੂੰ ਥੋੜ੍ਹਾ ਡਿਟੇਲ ਦੇ ਵਿੱਚ ਸਮਝਾਵਾਂ ਮੈਂ, ਤਾਂ DC ਮੋਟਰ ਜਿਹੜਾ ਇਲੈਕਟ੍ਰੋਮੈਗਨੈਟਿਕ ਡਰੈਗ ਦੀ ਗੱਲ ਕੀਤੀ ਹੈ, ਇਹ ਹੁੰਦਾ ਕੀ ਆ, DC ਮੋਟਰ ਜਿਸ ਦੇ ਵਿੱਚ ਫੀਲਡ ਵਾਈਂਡਿੰਗ ਆ ਗਿਆ, ਚੁੰਬਕੀ ਖੇਤਰ ਜਿਹੜਾ ਤਿਆਰ ਹੋਏਗਾ ਔਰ ਉਸ ਦੇ ਵਿੱਚ ਅਸੀਂ ਇੱਕ ਕੋਇਲ ਦਿਖਾਉਂਦੇ ਹਾਂ, ਕਿਉਂਕਿ ਆਰਮੇਚਰ ਦੇ ਉੱਪਰ ਨੰਬਰ ਆਫ ਕੋਇਲ ਹੁੰਦੀਆਂ ਨੇ, ਇੱਥੇ ਅਸੀਂ ਸਿਰਫ ਇੱਕ ਕੋਇਲ ਦੀ ਗੱਲ ਕਰਦੇ ਹਾਂ। ਜਨਰੇਟਰ ਦੇ ਕੇਸ ਦੇ ਵਿੱਚ ਅਸੀਂ ਆਰਮੇਚਰ ਨੂੰ ਘੁਮਾਉਂਦੇ ਹਾਂ, ਯਾਨੀ ਕਿ ਕੰਡਕਟਰ ਨੂੰ ਘੁਮਾਉਂਦੇ ਹਾਂ ਫੀਲਡ ਦੇ ਵਿੱਚ, ਲੇਕਿਨ ਮੋਟਰ ਦੇ ਕੇਸ ਦੇ ਵਿੱਚ ਕੀ ਆ, ਅਸੀਂ ਸਪਲਾਈ ਇਸ ਨੂੰ ਦਿੰਦੇ ਹਾਂ ਕੋਇਲ ਨੂੰ, ਚੁੰਬਕੀ ਖੇਤਰ ਨੂੰ ਵੀ ਔਰ ਕੰਡਕਟਰ ਨੂੰ ਵੀ। ਇਲੈਕਟ੍ਰੋਮੈਗਨੈਟਿਕ ਡਰੈਗ ਦਾ ਮੀਨਸ ਹੈ ਕਿ ਜਦੋਂ ਚੁੰਬਕੀ ਖੇਤਰ ਦੇ ਵਿੱਚ ਜਿਹੜੀਆਂ ਫੀਲਡ ਪੋਲ ਨੇ, ਜਿਹੜੇ ਨਾਰਥ ਔਰ ਸਾਊਥ ਪੋਲ ਹੈ, ਇਹਨਾਂ ਦੇ ਵਿੱਚ ਜਦੋਂ ਅਸੀਂ ਇੱਕ ਕਰੰਟ ਲਿਜਾ ਰਿਹਾ ਕੰਡਕਟਰ, ਯਾਨੀ ਕਿ ਅਸੀਂ ਇਸ ਸਪਲਾਈ ਦੇ ਰਹੇ ਹਾਂ ਇਸ ਕੋਇਲ ਨੂੰ, ਕਰੰਟ ਲਿਜਾ ਰਹੇ ਕੰਡਕਟਰ ਨੂੰ ਚੁੰਬਕੀ ਖੇਤਰ ਦੇ ਵਿੱਚ ਰੱਖਦੇ ਹਾਂ, ਤਾਂ ਇਸ ਦੇ ਉੱਪਰ ਇੱਕ ਟਾਰਕ ਪੈਦਾ ਹੁੰਦਾ। ਜਿਹੜਾ ਕੰਡਕਟਰ ਹੈ ਇਸ ਦੇ ਉੱਪਰ ਇੱਕ ਟਾਰਕ ਪੈਦਾ ਹੁੰਦਾ, ਜਿਹੜਾ ਮੇਨ ਫੀਲਡ ਹੈ ਉਹ ਇਸ ਨੂੰ ਬਾਹਰ ਵੱਲ ਧੱਕਣ ਦੀ ਕੋਸ਼ਿਸ਼ ਕਰਦਾ, ਬਾਹਰਲੀ ਸਾਈਡ ਨੂੰ, ਆਪਣੇ ਚੁੰਬਕੀ ਖੇਤਰ 'ਚੋਂ ਬਾਹਰ ਧੱਕਣ ਦੀ ਕੋਸ਼ਿਸ਼ ਕਰਦਾ। ਤਾਂ ਇੱਥੇ ਅਸੀਂ ਇਸ ਨੂੰ ਸ਼ਾਫਟ ਦੇ ਉੱਪਰ ਇੱਕ ਅਰੇਂਜਮੈਂਟ ਕੀਤਾ ਹੁੰਦਾ, ਨੰਬਰ ਆਫ ਕੋਇਲ ਲਗਾ ਕੇ ਆਰਮੇਚਰ ਤਿਆਰ ਕਰ ਲੈਂਦੇ ਹਾਂ, ਤਾਂ ਇਹ ਜਿਹੜੀ ਕੋਇਲ ਬਾਹਰ ਨਹੀਂ ਨਿਕਲਦੀ, ਉਸ ਪੋਲ ਤੋਂ ਅੱਗੇ ਨਿਕਲ ਜਾਂਦੀ ਹੈ। ਤਾਂ ਇਸ ਦੇ ਵਿੱਚ ਜਿਹੜੀ ਰੋਟੇਸ਼ਨ ਹੈ ਉਹ ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼ ਮਿਲਦੀ ਹੈ, ਉਹ ਡਿਪੈਂਡ ਕਰਦੀ ਹੈ ਸਪਲਾਈ ਦੀ ਪੋਲੈਰਿਟੀ ਦੇ ਉੱਪਰ। ਕੰਡਕਟਰ ਜਾਂ ਇਸ ਕੋਇਲ ਦੇ ਉੱਪਰ ਜਿਹੜਾ ਇੱਕ ਟਾਰਕ ਪੈਦਾ ਹੋਇਆ ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼, ਇਸ ਨੂੰ ਪਤਾ ਕਰਨ ਦੇ ਲਈ ਅਸੀਂ ਫਲੈਮਿੰਗ ਲੈਫਟ ਹੈਂਡ ਰੂਲ ਦੀ ਵਰਤੋਂ ਕਰਦੇ ਹਾਂ, ਜਿਸ ਤੋਂ ਅਸੀਂ ਪਤਾ ਲਗਾਉਂਦੇ ਹਾਂ ਕਿ ਕੰਡਕਟਰ ਦਾ ਜਿਹੜਾ ਘੁਮਾਓ ਹੈਗਾ ਉਹ ਕਲੌਕਵਾਈਜ਼ ਹੈ ਜਾਂ ਐਂਟੀ ਕਲੌਕਵਾਈਜ਼। ਇਸ ਤਰ੍ਹਾਂ ਇੱਕ DC ਮੋਟਰ ਜਿਹੜੀ ਹੈਗੀ ਆ ਉਹ ਇਲੈਕਟ੍ਰੋਮੈਗਨੈਟਿਕ ਡਰੈਗ ਦੇ ਸਿਧਾਂਤ 'ਤੇ ਕੰਮ ਕਰਦੀ ਹੈਗੀ ਆ। ਤਾਂ ਇਸ ਦੀ ਜਿਹੜੀ ਆਪਸ਼ਨ B ਸਹੀ ਹੈ। ਸੈਕਿੰਡ ਕੁਐਸਚਨ ਹੈਗਾ, DC ਸੀਰੀਜ਼ ਮੋਟਰ ਨੂੰ ਚਲਾਉਣ ਸਮੇਂ ਆਪਸ਼ਨ ਦਿੱਤੀਆਂ ਨੇ। A ਹੈਗੀ ਆ ਲੋਡ ਦੀ ਕੋਈ ਜ਼ਰੂਰਤ ਨਹੀਂ, B ਹੈਗਾ ਲੋਡ ਪਾਉਣਾ ਜ਼ਰੂਰੀ ਹੈ, C ਸਟਾਰਟਰ ਦੀ ਜ਼ਰੂਰਤ ਨਹੀਂ ਔਰ D ਉਪਰੋਕਤ ਕੋਈ ਨਹੀਂ। ਤਾਂ ਜਿਹੜੀ DC ਮੋਟਰ ਹੈਗੀ ਆ, DC ਸੀਰੀਜ਼ ਮੋਟਰ, ਇਸ ਦੀ ਜਿਹੜੀ ਫੀਲਡ ਕੋਇਲ ਆ ਉਹ ਆਰਮੇਚਰ ਦੇ ਸੀਰੀਜ਼ ਵਿੱਚ ਜੁੜੀ ਹੋਈ ਹੁੰਦੀ ਹੈ। ਜਿਸ ਤਰ੍ਹਾਂ ਇੱਥੇ ਸਾਈਡ 'ਤੇ ਮੈਂ ਦਿਖਾ ਦਿੰਦਾ, ਇਹ ਆਰਮੇਚਰ ਹੈ, ਕਾਰਬਨ ਬ੍ਰਸ਼ ਨੇ, ਔਰ ਜਿਹੜੀ ਫੀਲਡ ਵਾਈਂਡਿੰਗ ਹੈ ਉਹ ਮੋਟੀ ਤਾਰ ਅਤੇ ਘੱਟ ਟਰਨਾਂ ਦੀ ਹੁੰਦੀ ਹੈ, ਘੱਟ ਟਰਨਾਂ ਦੀ ਹੁੰਦੀ ਆ। ਆਰਮੇਚਰ ਔਰ ਫੀਲਡ ਵਾਈਂਡਿੰਗ ਜਿਹੜੀ ਸੀਰੀਜ਼ ਵਾਈਂਡਿੰਗ ਅਤੇ ਆਰਮੇਚਰ ਦੀ ਵਾਈਂਡਿੰਗ ਦੋਨੋਂ ਸੀਰੀਜ਼ ਦੇ ਵਿੱਚ ਜੁੜੇ ਹੋਏ ਹੁੰਦੇ ਆ। ਤਾਂ ਇਸ ਤਰ੍ਹਾਂ ਜਿਹੜਾ ਆਰਮੇਚਰ ਔਰ ਜਿਹੜੀ ਫੀਲਡ ਵਾਈਂਡਿੰਗ ਆ, ਇਹਨਾਂ ਵਿੱਚੋਂ ਇੱਕੋ ਮਾਤਰਾ ਦਾ ਕਰੰਟ ਜਿਹੜਾ ਉਹ ਫਲੋ ਕਰਦਾ, ਅਤੇ ਜੇ ਫੀਲਡ ਕਰੰਟ ਦੀ ਮਾਤਰਾ ਘਟੇਗੀ ਜਿਹੜਾ ਫੀਲਡ ਦਾ, ਤਾਂ ਉਸ ਦੇ ਨਾਲ ਜਿਹੜਾ ਲੋਡ ਦਾ ਕਰੰਟ ਵੀ ਵਧੇ ਘਟੇਗਾ। ਤਾਂ ਇਸ ਗੁਣ ਦੇ ਕਾਰਨ ਹੀ ਜਿਹੜੀ ਮੋਟਰ ਦੀ ਸਪੀਡ 'ਤੇ ਵੀ ਇਫੈਕਟ ਪੈਂਦਾ ਹੈਗਾ, ਔਰ ਸਪੀਡ ਜੇ ਘਟਦੀ ਹੈ ਬਟ ਫੀਲਡ ਕਰੰਟ ਵਧਣ ਦੇ ਨਾਲ ਟਾਰਕ ਵੱਧ ਜਾਂਦਾ, ਜ਼ਿਆਦਾ ਟਾਰਕ ਮਿਲਦਾ। ਤਾਂ ਲੇਕਿਨ ਇਸੇ ਕਰਕੇ
ਜਿਹੜਾ ਲੋਡ ਦੇ ਘਟ ਜਾਣ ਕਾਰਨ ਕਰੰਟ ਵੱਧ ਜਾਊਗਾ, ਇਸੇ ਕਰਕੇ ਜਿਹੜੀ ਮੋਟਰ ਹੈਗੀ ਆ ਉਹ ਜ਼ਿਆਦਾ ਸਪੀਡ ਪਕੜ ਲੈਂਦੀ ਹੈ। ਇਸ ਕਰਕੇ ਇਸ ਤਰ੍ਹਾਂ ਦੀ ਮੋਟਰ ਨੂੰ ਵਿਦਆਊਟ ਲੋਡ ਨਹੀਂ ਚਲਾਉਣਾ ਚਾਹੀਦਾ। ਇੱਕ ਜਿਹੜੀ DC ਸੀਰੀਜ਼ ਮੋਟਰ ਹੈ ਉਹ ਬਿਨਾਂ ਲੋਡ ਤੋਂ ਨਹੀਂ ਚਲਾਈ ਜਾਂਦੀ, ਤਾਂ ਉਸ ਦੀ ਇੱਕ ਸਪੀਡ ਜਿਹੜੀ ਹੈ ਉਹ ਬਹੁਤ ਹੀ ਡੇਂਜਰਸ ਪੋਜੀਸ਼ਨ 'ਤੇ ਆ ਜਾਂਦੀ ਹੈ ਔਰ ਕਈ ਵਾਰ ਮੋਟਰ ਦੇ ਟੁੱਟਣ ਦਾ ਵੀ ਡਰ ਹੋ ਜਾਂਦਾ। ਤਾਂ ਇਸ ਦੀ ਜਿਹੜੀ ਆਪਸ਼ਨ ਹੈ ਉਹ B ਹੈਗੀ ਹੈ, ਲੋਡ ਪਾਉਣਾ ਜ਼ਰੂਰੀ ਹੈ। ਤੀਸਰਾ ਕੁਐਸਚਨ ਹੈ, DC ਸ਼ੰਟ ਮੋਟਰ ਵਿੱਚ ਫੀਲਡ ਵਾਈਂਡਿੰਗ ਆਰਮੇਚਰ ਦੇ ਡੈਸ਼ ਵਿੱਚ ਜੁੜੀ ਹੋਈ ਹੁੰਦੀ ਹੈ। ਤਾਂ ਇੱਥੇ ਫੀਲਡ ਔਰ ਆਰਮੇਚਰ ਦੇ ਕਨੈਕਸ਼ਨ ਪੁੱਛੇ ਗਏ ਆ, ਕਿਸ ਤਰ੍ਹਾਂ ਜੁੜੇ ਹੁੰਦੇ ਆ। ਆਪਸ਼ਨ A ਹੈਗੀ ਹੈ ਸੀਰੀਜ਼ ਵਿੱਚ, B ਹੈਗੀ ਹੈ ਪੈਰਲਲ ਵਿੱਚ, C ਉਪਰੋਕਤ ਦੋਨੋਂ ਔਰ D ਉਪਰੋਕਤ ਕੋਈ ਨਹੀਂ। ਤਾਂ ਥੋੜ੍ਹਾ ਜਿਹਾ DC ਸ਼ੰਟ ਮੋਟਰ ਬਾਰੇ ਜਾਣ ਲਓ ਕਿ ਆਰਮੇਚਰ ਚਾਹੇ ਕੋਈ ਵੀ ਮੋਟਰ ਹੈ, ਚਾਹੇ ਉਹ ਸੀਰੀਜ਼ ਹੈ, ਸ਼ੰਟ ਹੈ, ਕੰਪਾਊਂਡ ਹੈ, ਆਰਮੇਚਰ ਸਾਰਿਆਂ ਦੇ ਵਿੱਚ ਹੀ ਹੋਏਗਾ। ਜਿਹੜਾ ਘੁੰਮਣ ਵਾਲਾ ਪਾਰਟ ਹੈ, ਰੋਟੇਟਿੰਗ ਪਾਰਟ ਹੈ। ਜਿਵੇਂ ਮੈਂ ਪਿਛਲੇ ਕੁਐਸਚਨ 'ਚ ਦੱਸਿਆ, ਸੀਰੀਜ਼ ਮੋਟਰ ਹੈ ਜਿਹੜੀ DC ਸੀਰੀਜ਼ ਮੋਟਰ ਹੈ, ਉਸ ਦੇ ਵਿੱਚ ਜਿਹੜੀ ਫੀਲਡ ਵਾਈਂਡਿੰਗ ਹੈ ਉਹ ਆਰਮੇਚਰ ਦੇ ਸੀਰੀਜ਼ ਵਿੱਚ ਹੁੰਦੀ ਹੈ। ਔਰ ਸ਼ੰਟ ਮੀਨਸ ਜਿਹੜਾ ਅਸੀਂ ਪੈਰਲਲ ਦੇ ਵਿੱਚ ਕਨੈਕਟ ਕਰਦੇ ਹਾਂ, ਜੋੜਦੇ ਹਾਂ, ਤਾਂ ਉਸ ਨੂੰ ਸ਼ੰਟ ਕਿਹਾ ਜਾਂਦਾ। ਤਾਂ ਇੱਥੇ ਜਿਹੜੀ ਸ਼ੰਟ ਵਾਈਂਡਿੰਗ ਹੈ ਉਹ ਆਰਮੇਚਰ ਦੇ ਪੈਰਲਲ ਵਿੱਚ ਕਨੈਕਟ ਹੁੰਦੀ ਹੈ, ਪੈਰਲਲ ਵਿੱਚ ਜੁੜੀ ਹੋਈ ਹੁੰਦੀ ਹੈ। ਤਾਂ ਇਸ ਤਰ੍ਹਾਂ ਜਿਹੜਾ ਕੁਐਸਚਨ ਹੈਗਾ। ਔਰ ਜਿਹੜੀ ਸ਼ੰਟ ਵਾਈਂਡਿੰਗ ਹੈ ਇਸ ਦੀ ਰੈਜ਼ਿਸਟੈਂਸ ਹਾਈ ਹੁੰਦੀ ਹੈ ਕਿਉਂਕਿ ਇਸ ਨੇ ਪੈਰਲਲ ਵਿੱਚ ਕਨੈਕਟ ਹੋਣਾ। ਤਾਂ ਜਿਹੜੀ ਸ਼ੰਟ ਵਾਈਂਡਿੰਗ ਹੈ ਇਹ ਬਰੀਕ ਤਾਰ ਔਰ ਜ਼ਿਆਦਾ ਟਰਨ ਦੀ ਹੁੰਦੀ ਹੈ। ਇਸ ਕਰਕੇ ਜਿਹੜੇ ਪੈਰਲਲ ਵਿੱਚ ਕਨੈਕਟ ਆ, ਤਾਂ ਆਨਸਰ ਜਿਹੜਾ ਸਾਡੇ ਕੋਲ ਹੈਗਾ ਉਹ B ਆਪਸ਼ਨ ਹੈ ਕਿ ਪੈਰਲਲ ਵਿੱਚ DC ਸ਼ੰਟ ਮੋਟਰ ਵਿੱਚ ਫੀਲਡ ਵਾਈਂਡਿੰਗ ਆਰਮੇਚਰ ਦੇ ਪੈਰਲਲ ਵਿੱਚ ਜੁੜੀ ਹੋਈ ਹੁੰਦੀ ਹੈ। ਚੌਥਾ ਕੁਐਸਚਨ, DC ਸੀਰੀਜ਼ ਮੋਟਰ ਵਿੱਚ ਫੀਲਡ ਵਾਈਂਡਿੰਗ ਆਰਮੇਚਰ ਦੇ ਡੈਸ਼ ਜੁੜੀ ਹੋਈ ਹੁੰਦੀ ਹੈ। ਇਹ ਪਹਿਲੇ ਸੈਕੰਡ ਕੁਐਸਚਨ ਦੇ ਵਿੱਚ ਹੀ ਕਲੀਅਰ ਹੋ ਗਿਆ ਸੀ ਕਿ ਫੀਲਡ ਵਾਈਂਡਿੰਗ ਜਿਹੜੀ ਕਿ ਮੋਟੀ ਤਾਰ ਔਰ ਘੱਟ ਟਰਨਾਂ ਦੀ ਹੁੰਦੀ ਹੈ, ਰੈਜ਼ਿਸਟੈਂਸ ਲੋ ਹੁੰਦੀ ਹੈ ਔਰ ਆਰਮੇਚਰ ਦੇ ਸੀਰੀਜ਼ ਵਿੱਚ ਜੁੜੀ ਹੁੰਦੀ ਹੈ। ਇਸੇ ਨਾਂ 'ਤੇ ਹੀ ਜਿਹੜੀ ਮੋਟਰ ਦਾ ਨਾਂ ਸੀਰੀਜ਼ ਮੋਟਰ ਹੁੰਦਾ। ਤਾਂ ਆਪਸ਼ਨ ਦੇ ਵਿੱਚ ਜਿਹੜਾ A ਪੈਰਲਲ ਵਿੱਚ, B ਸੀਰੀਜ਼, C ਉਪਰੋਕਤ ਦੋਨੋਂ ਔਰ D ਉਪਰੋਕਤ ਕੋਈ ਵੀ ਨਹੀਂ। ਤਾਂ ਇਹਨਾਂ ਦੇ ਵਿੱਚੋਂ ਜਿਹੜੀ B ਆਪਸ਼ਨ ਹੈ ਸੀਰੀਜ਼, ਉਹ ਇਸ ਦੀ ਸਹੀ ਹੈ। ਪੰਜਵਾਂ ਕੁਐਸਚਨ ਵੀ ਬੜਾ ਆਸਾਨ ਜਿਹਾ ਹੈਗਾ, ਪਹਿਲਾਂ ਹੀ ਕਲੀਅਰ ਹੋ ਚੁੱਕਿਆ ਕਿ DC ਸੀਰੀਜ਼ ਮੋਟਰ ਵਿੱਚ ਫੀਲਡ ਵਾਈਂਡਿੰਗ ਦੀ ਰੈਜ਼ਿਸਟੈਂਸ ਡੈਸ਼ ਹੁੰਦੀ ਹੈ। ਆਪਸ਼ਨ A ਹੈਗੀ ਆ ਲੋ ਯਾਨੀ ਕਿ ਘੱਟ, B ਹਾਈ ਯਾਨੀ ਕਿ ਵੱਧ, C ਉਪਰੋਕਤ ਦੋਨੋਂ ਔਰ D ਉਪਰੋਕਤ ਕੋਈ ਵੀ ਨਹੀਂ। ਤਾਂ ਜਿਹੜੀ DC ਸੀਰੀਜ਼ ਮੋਟਰ ਹੈ ਉਸ ਦੇ ਵਿੱਚ ਫੀਲਡ ਵਾਈਂਡਿੰਗ ਜਿਹੜੀ ਆ ਮੋਟੀ ਤਾਰ ਤੇ ਘੱਟ ਟਰਨਾਂ ਦੀ ਹੁੰਦੀ ਹੈ। ਤਾਂ ਜਦੋਂ ਕਿਸੇ ਵਾਇਰ ਦਾ ਜਿਹੜਾ ਡਾਇਆ ਅਸੀਂ ਵਧਾ ਦਿੰਦੇ ਹਾਂ ਜਾਂ ਸਾਈਜ਼ ਵਧਾ ਦਿੰਦੇ ਹਾਂ, ਮੋਟੀ ਕਰ ਦਿੰਦੇ ਹਾਂ ਤਾਰ, ਤਾਂ ਉਦੋਂ ਵੀ ਰੈਜ਼ਿਸਟੈਂਸ ਘਟਦੀ ਹੈ ਔਰ ਜਦੋਂ ਨੰਬਰ ਆਫ ਟਰਨ ਘਟਾ ਦਿੰਦੇ ਹਾਂ ਉਦੋਂ ਵੀ ਰੈਜ਼ਿਸਟੈਂਸ ਘਟਦੀ ਹੈ। ਤਾਂ ਇੱਥੇ ਦੋਨੋਂ ਹੀ ਨੇ, ਫੀਲਡ ਵਾਈਂਡਿੰਗ ਮੋਟੀ ਤਾਰ ਤੇ ਘੱਟ ਟਰਨਾਂ ਦੀ ਹੁੰਦੀ ਹੈ। ਤਾਂ ਉਸ ਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਲੋ ਹੋਵੇਗੀ ਜਾਂ ਅਸੀਂ ਕਹਿ ਸਕਦੇ ਹਾਂ ਘੱਟ ਹੋਵੇਗੀ। ਤਾਂ ਆਪਸ਼ਨ A ਸਹੀ ਹੈ ਪੰਜਵੇਂ ਦੀ। ਛੇਵਾਂ ਕੁਐਸਚਨ, DC ਸ਼ੰਟ ਮੋਟਰ ਵਿੱਚ ਫੀਲਡ ਵਾਈਂਡਿੰਗ ਦੀ ਰੈਜ਼ਿਸਟੈਂਸ ਡੈਸ਼ ਹੁੰਦੀ ਹੈ। ਤਾਂ ਜਿਹੜਾ DC ਸ਼ੰਟ ਮੋਟਰ ਦੇ ਵਿੱਚ ਫੀਲਡ ਵਾਈਂਡਿੰਗ ਪਹਿਲਾਂ ਦੱਸਿਆ ਸੀ ਕਿ ਬਰੀਕ ਤਾਰ ਤੇ ਜ਼ਿਆਦਾ ਟਰਨਾਂ ਦੀ ਹੁੰਦੀ ਹੈ ਔਰ ਆਰਮੇਚਰ ਦੇ ਪੈਰਲਲ ਵਿੱਚ ਕਨੈਕਟ ਹੁੰਦੀ ਹੈ, ਪਹਿਲੇ ਕੁਐਸਚਨ ਦੇ ਵਿੱਚ ਦੱਸਿਆ ਸੀਗਾ। ਤਾਂ ਇੱਥੇ ਦੋਨੋਂ ਹੀ ਨੇ, ਫੀਲਡ ਵਾਈਂਡਿੰਗ ਦੀ ਜਿਹੜੀ ਸ਼ੰਟ ਮੋਟਰ ਦੀ ਫੀਲਡ ਵਾਈਂਡਿੰਗ ਆ ਉਸ ਦੀ ਤਾਰ ਬਰੀਕ ਹੋਣ ਕਰਕੇ ਰੈਜ਼ਿਸਟੈਂਸ ਜ਼ਿਆਦਾ ਹੋਏਗੀ ਔਰ ਨੰਬਰ ਆਫ ਟਰਨ ਨਾਲ ਹੋਰ ਰੈਜ਼ਿਸਟੈਂਸ ਵਧੇਗੀ। ਤਾਂ ਇੱਥੇ ਜਿਹੜੀਆਂ ਆਪਸ਼ਨ ਨੇ ਉਹ B ਆਪਸ਼ਨ ਹਾਈ ਲਿਖਿਆ ਵੱਧ, ਬਾਕੀ A ਦੇ ਵਿੱਚ ਲੋ ਯਾਨੀ ਕਿ ਘੱਟ, C ਉਪਰੋਕਤ ਦੋਨੋਂ, D ਕੋਈ ਵੀ ਨਹੀਂ। ਤਾਂ ਇਹਦੀ ਜਿਹੜਾ ਆਨਸਰ ਹੈ DC ਸ਼ੰਟ ਮੋਟਰ ਵਿੱਚ ਫੀਲਡ ਵਾਈਂਡਿੰਗ ਦੀ ਰੈਜ਼ਿਸਟੈਂਸ ਹਾਈ ਹੁੰਦੀ ਹੈ ਜਾਂ ਵੱਧ ਹੁੰਦੀ ਹੈ। ਤਾਂ ਆਪਸ਼ਨ B ਇਸ ਦੀ ਸਹੀ ਹੈ। ਸੱਤਵਾਂ ਕੁਐਸਚਨ ਪੁੱਛਿਆ ਗਿਆ ਕਿ DC ਸ਼ੰਟ ਮੋਟਰ ਨੂੰ, ਇੱਥੇ ਆਪਸ਼ਨ ਲਿਖੀਆਂ ਹੋਈਆਂ ਨੇ, ਕੀ ਕਹਿੰਦੇ ਆ। ਆਪਸ਼ਨ A ਹੈਗੀ ਆ ਵੇਰੀਏਬਲ ਸਪੀਡ ਮੋਟਰ ਕਹਿੰਦੇ ਆ, ਯਾਨੀ ਕਿ ਜਿਸ ਦੀ ਸਪੀਡ ਵੇਰੀ ਹੁੰਦੀ ਰਹਿੰਦੀ ਹੈ, ਚੇਂਜ ਹੁੰਦੀ ਰਹਿੰਦੀ ਹੈ। B ਸਥਿਰ ਸਪੀਡ ਮੋਟਰ ਕਹਿੰਦੇ ਹਨ। C ਹਾਈ ਸਟਾਰਟਿੰਗ ਟਾਰਕ ਮੋਟਰ ਕਹਿੰਦੇ ਹਨ ਔਰ D ਉਪਰੋਕਤ ਕੋਈ ਵੀ ਨਹੀਂ। ਤਾਂ ਜਿਹੜੀ DC ਸ਼ੰਟ ਮੋਟਰ ਹੈਗੀ ਆ ਉਸ ਦੇ ਵਿੱਚ ਜਿਹੜੀ ਸਪੀਡ ਹੈ ਉਸ ਮੋਟਰ ਦੀ ਸਥਿਰ ਰਹਿੰਦੀ ਹੈਗੀ ਆ ਔਰ ਵੇਰੀ ਨਹੀਂ ਕਰਦੀ, ਇਸ ਦੇ ਉੱਪਰ ਲੋਡ ਦਾ ਜ਼ਿਆਦਾ ਇਫੈਕਟ ਨਹੀਂ ਪੈਂਦਾ। ਜਿਵੇਂ ਕਿ ਸੀਰੀਜ਼ ਮੋਟਰ ਦੇ ਵਿੱਚ ਲੋਡ ਜੇ ਵੇਰੀ ਕਰਦਾ, ਲੋਡ ਕਰੰਟ ਚੇਂਜ ਹੁੰਦਾ ਤਾਂ ਫੀਲਡ ਦਾ ਕਰੰਟ ਵੀ ਚੇਂਜ ਹੁੰਦਾ, ਕਿਉਂਕਿ ਸੀਰੀਜ਼ ਵਿੱਚ ਲੋਡ ਕਰੰਟ, ਫੀਲਡ ਕਰੰਟ ਔਰ ਆਰਮੇਚਰ ਕਰੰਟ ਦਾ ਰਾਸਤਾ ਇੱਕੋ ਹੀ ਹੈ। ਤਾਂ ਉੱਥੇ ਜੇ ਕਰੰਟ ਚੇਂਜ ਹੁੰਦਾ, ਲੋਡ ਚੇਂਜ ਹੁੰਦਾ ਤਾਂ ਸਪੀਡ ਵੇਰੀ ਕਰਦੀ ਆ। ਤਾਂ ਸਟਾਰਟਿੰਗ ਟਾਰਕ ਵੀ ਜਿਹੜਾ ਹੈਗਾ ਹਾਈ ਸਟਾਰਟਿੰਗ ਟਾਰਕ ਸੀਰੀਜ਼ ਮੋਟਰ ਦਾ ਜ਼ਿਆਦਾ ਹੁੰਦਾ। ਤਾਂ ਇੱਥੇ ਜਿਹੜੀ DC ਸ਼ੰਟ ਮੋਟਰ ਹੈ ਉਸ ਨੂੰ ਸਥਿਰ ਸਪੀਡ ਮੋਟਰ ਕਹਿੰਦੇ ਆ। ਤਾਂ ਆਪਸ਼ਨ ਇਸ ਦੀ B ਸਹੀ ਹੈ ਸੱਤਵੇਂ ਦੀ। ਅੱਠਵਾਂ ਕੁਐਸਚਨ ਹੈ, DC ਮੋਟਰਾਂ ਦੀ ਗਤੀ ਦੀ ਦਿਸ਼ਾ ਯਾਨੀ ਕਿ ਡਾਇਰੈਕਸ਼ਨ ਆਫ ਰੋਟੇਸ਼ਨ
ਉਹਨਾਂ ਦੇ ਘੁੰਮਣ ਦੀ ਜਿਹੜੀ ਦਿਸ਼ਾ ਹੈ ਬਦਲਣ ਲਈ ਕੀ ਕਰਨਾ ਚਾਹੀਦਾ ਹੈ। ਕਈ ਵਾਰ ਅਸੀਂ ਮੋਟਰ ਨੂੰ ਸਟਾਰਟ ਕਰਦੇ ਹਾਂ, ਉਹ ਕਲੌਕਵਾਈਜ਼ ਘੁੰਮਦੀ ਹੈ, ਲੇਕਿਨ ਸਾਡਾ ਜਿਹੜਾ ਕੰਮ ਹੈਗਾ, ਜਿੱਥੇ ਅਸੀਂ ਕੰਮ ਚਾਹੀਦਾ ਉੱਥੇ ਸਾਨੂੰ ਮੋਟਰ ਐਂਟੀ ਕਲੌਕਵਾਈਜ਼ ਘੁੰਮਣੀ ਚਾਹੀਦੀ ਹੈ। ਤਾਂ ਉਸ ਵੇਲੇ ਅਸੀਂ ਕੀ ਕਰਾਂਗੇ, ਉਸ ਦੇ ਘੁੰਮਣ ਦੀ ਦਿਸ਼ਾ ਨੂੰ ਜੇ ਚੇਂਜ ਕਰਨਾ ਤਾਂ ਆਪਸ਼ਨ ਏ ਹੈਗਾ ਆਰਮੇਚਰ ਅਤੇ ਫੀਲਡ ਦੋਨਾਂ ਦੇ ਕਨੈਕਸ਼ਨ ਨੂੰ ਬਦਲੋ। ਬੀ ਹੈਗਾ ਆਰਮੇਚਰ ਜਾਂ ਫੀਲਡ ਵਿੱਚੋਂ ਕਿਸੇ ਇੱਕ ਦੀ ਪੋਲੈਰਿਟੀ ਬਦਲੋ, ਯਾਨੀ ਕਿ ਜਿਹੜੀ ਉਹਨੂੰ ਸਪਲਾਈ ਮਿਲ ਰਹੀ ਹੈ ਆਰਮੇਚਰ ਜਾਂ ਫੀਲਡ ਦੋਨਾਂ 'ਚੋਂ ਕਿਸੇ ਇੱਕ ਦੀ ਸਪਲਾਈ ਜਿਹੜੀ ਉਹ ਬਦਲ ਦਿਓ, ਕਨੈਕਸ਼ਨ ਚੇਂਜ ਕਰ ਦਿਓ। ਸੀ ਸਪਲਾਈ ਪੋਲੈਰਿਟੀ ਬਦਲੋ, ਯਾਨੀ ਕਿ ਜਿਹੜੀ ਸਪਲਾਈ ਅਸੀਂ ਦੇ ਰਹੇ ਹਾਂ ਪੋਜ਼ਿਟਿਵ ਔਰ ਨੈਗੇਟਿਵ, ਉਹ ਸਪਲਾਈ ਨੂੰ ਚੇਂਜ ਕਰੋ। ਔਰ ਡੀ ਹੈਗਾ ਉਪਰੋਕਤ ਸਾਰੇ। ਤਾਂ ਇੱਥੇ ਮੈਂ ਤੁਹਾਨੂੰ ਦਿਖਾਉਣਾ ਹੈਗਾ ਦੋ ਮੋਟਰ ਦੇ ਕਨੈਕਸ਼ਨ ਦਿਖਾਏ ਗਏ ਆ, DC ਸ਼ੰਟ ਮੋਟਰ ਔਰ DC ਸੀਰੀਜ਼ ਮੋਟਰ। DC ਸ਼ੰਟ, DC ਸੀਰੀਜ਼। ਤਾਂ ਇੱਥੇ ਜੇ ਅਸੀਂ ਦੋਨੋਂ ਦੀ ਜਿਹੜੀ ਪੋਲੈਰਿਟੀ ਚੇਂਜ ਕਰਦੇ ਹਾਂ, ਜਿਹੜੀ ਪੋਜ਼ਿਟਿਵ ਸਾਈਡ ਨੈਗੇਟਿਵ ਔਰ ਨੈਗੇਟਿਵ ਸਾਈਡ ਜੇ ਪੋਜ਼ਿਟਿਵ ਕਰਦੇ ਹਾਂ ਦੋਨੋਂ ਮੋਟਰਾਂ ਦੇ ਕੇਸ, ਤਾਂ ਉੱਥੇ ਜਿਹੜੇ ਮੈਗਨੈਟਿਕ ਫੀਲਡ ਬਣਨਾ ਆਰਮੇਚਰ ਔਰ ਸ਼ੰਟ ਵਾਈਂਡਿੰਗ ਜਾਂ ਆਰਮੇਚਰ ਜਾਂ ਸੀਰੀਜ਼ ਵਾਈਂਡਿੰਗ ਦਾ, ਉਹ ਦੋਨੋਂ ਹੀ ਚੇਂਜ ਹੋ ਜਾਣਗੇ। ਤਾਂ ਉਸ ਕੰਡੀਸ਼ਨ ਦੇ ਵਿੱਚ ਜਿਹੜੀ ਘੁੰਮਣ ਦੀ ਦਿਸ਼ਾ ਉਹ ਇੱਕੋ ਜਿਹੀ ਰਹੂਗੀ। ਜੇ ਅਸੀਂ ਇੱਥੇ ਦੋਨਾਂ ਦੇ ਚੇਂਜ ਕਰ ਦਿੰਦੇ ਹਾਂ ਦੋਨੋਂ ਸਾਈਡਾਂ, ਕਿ ਆਰਮੇਚਰ ਦੀਆਂ ਜਿਹੜੀਆਂ ਇਹ ਸਾਈਡ ਹੈ ਇੱਧਰਲੀ ਇਸ ਸਾਈਡ ਕਰ ਦਿੰਦੇ ਆ, ਨੀਚੇ ਵਾਲੀ ਉਹ ਪੋਜ਼ਿਟਿਵ ਨਾਲ, ਇਵੇਂ ਦੋਨਾਂ ਦੀ ਇਕੱਠਿਆਂ ਦੀ ਚੇਂਜ ਕਰਦੇ ਆ ਤਾਂ ਪੋਲ ਫੇਰ ਉਸੇ ਤਰ੍ਹਾਂ ਰਹਿਣਗੇ, ਇਸ ਤਰ੍ਹਾਂ ਸੇਮ ਜਿਹੜੀ ਡਾਇਰੈਕਸ਼ਨ ਰਹੇਗੀ। ਤਾਂ ਜਦੋਂ ਵੀ ਅਸੀਂ ਕਿਸੇ DC ਮੋਟਰ ਦੀ ਜਿਹੜੀ ਡਾਇਰੈਕਸ਼ਨ ਚੇਂਜ ਕਰਨੀ ਹੈ ਘੁੰਮਣ ਦੀ ਦਿਸ਼ਾ, ਤਾਂ ਦੋਨਾਂ ਵਿੱਚੋਂ ਜਾਂ ਆਰਮੇਚਰ ਜਾਂ ਸ਼ੰਟ ਵਾਈਂਡਿੰਗ ਜਾਂ ਸੀਰੀਜ਼ ਵਾਈਂਡਿੰਗ ਆਰਮੇਚਰ ਦੋਨਾਂ ਵਿੱਚੋਂ ਕਿਸੇ ਇੱਕ ਦੇ ਜਿਹੜੀ ਪੋਲੈਰਿਟੀ ਆ ਕਨੈਕਸ਼ਨ ਆ ਉਹ ਆਪਸ ਵਿੱਚ ਬਦਲ ਦਿਆਂਗੇ ਤਾਂ ਇੱਥੇ ਮੋਟਰ ਦੀ ਦਿਸ਼ਾ ਬਦਲ ਜਾਵੇਗੀ। ਤਾਂ ਇੱਥੇ ਜਿਹੜੀ ਬੀ ਆਪਸ਼ਨ ਹੈ ਇਸ ਦੇ ਵਿੱਚ ਕਿਹਾ ਗਿਆ ਆਰਮੇਚਰ ਜਾਂ ਫੀਲਡ ਵਿੱਚੋਂ ਕਿਸੇ ਇੱਕ ਦੀ ਪੋਲੈਰਿਟੀ ਬਦਲੋ, ਤਾਂ ਇਸ ਦਾ ਜਿਹੜਾ ਆਨਸਰ ਬੀ ਸਹੀ ਹੈ 8ਵੇਂ ਦਾ। 9ਵਾਂ ਕੁਐਸਚਨ ਹੈ ਜਦੋਂ DC ਮੋਟਰਾਂ ਦਾ ਆਰਮੇਚਰ ਸਥਿਰ ਹੁੰਦਾ ਹੈ ਤਾਂ ਕੀ ਹੁੰਦਾ। ਆਪਸ਼ਨ ਏ ਹੈਗਾ ਬੈਕ EMF ਘੱਟ ਹੁੰਦੀ ਹੈ, ਬੀ ਹੈਗਾ ਬੈਕ EMF 0 ਹੁੰਦੀ ਹੈ, ਸੀ ਬੈਕ EMF ਬਹੁਤ ਜ਼ਿਆਦਾ ਹੁੰਦੀ ਹੈ, ਔਰ ਡੀ ਉਪਰੋਕਤ ਕੋਈ ਵੀ ਨਹੀਂ। ਤਾਂ ਪਹਿਲਾਂ ਅਸੀਂ ਜਾਣ ਲਈਏ ਕਿ ਬੈਕ EMF ਹੁੰਦੀ ਕੀ ਹੈ। EMF ਮੀਨਸ ਇਲੈਕਟ੍ਰੋਮੋਟਿਵ ਫੋਰਸ। ਤਾਂ ਬੈਕ ਅੱਗੇ ਲਿਖਿਆ ਬੈਕ EMF ਕੀ ਹੁੰਦੀ ਹੈ। ਤਾਂ ਇੱਕ ਜਿਵੇਂ ਪਹਿਲੇ ਸਟਾਰਟਿੰਗ 'ਚ ਕੁਐਸਚਨ 'ਚ ਦੱਸਿਆ ਸੀ ਕਿ DC ਮੋਟਰ ਜਿਹੜੀ ਇਲੈਕਟ੍ਰੋਮੈਗਨੈਟਿਕ ਡਰੈਗ ਦੇ ਸਿਧਾਂਤ 'ਤੇ ਕੰਮ ਕਰਦੀ ਹੈ, ਜਿਸ ਦੇ ਅਨੁਸਾਰ ਜਦੋਂ ਚੁੰਬਕੀ ਖੇਤਰ ਦੇ ਵਿੱਚ ਕਰੰਟ ਲਿਜਾ ਰਹੇ ਕੰਡਕਟਰ ਨੂੰ ਰੱਖਦੇ ਹਾਂ ਤਾਂ ਇਸ ਕੰਡਕਟਰ ਦੇ ਉੱਪਰ ਇੱਕ ਟਾਰਕ ਪੈਦਾ ਹੁੰਦਾ। ਜਿਹੜਾ ਮੇਨ ਫੀਲਡ ਆ ਉਹ ਇਸ ਨੂੰ ਬਾਹਰ ਧੱਕਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਇੱਥੇ ਦੋ ਮੈਗਨੇਟ ਬਣ ਜਾਂਦੇ ਆ। ਇੱਕ ਮੇਨ ਫੀਲਡ ਆ ਜਿਹੜਾ ਨਾਰਥ ਸਾਊਥ ਫੀਲਡ ਪੋਲ ਨੇ, ਔਰ ਜਦੋਂ ਅਸੀਂ ਆਰਮੇਚਰ ਜਾਂ ਇਸ ਕੋਇਲ ਜਾਂ ਕੰਡਕਟਰ ਨੂੰ ਸਪਲਾਈ ਦਿੱਤੀ ਹੈ ਤਾਂ ਉਦੋਂ ਇਸ ਦਾ ਵੀ ਆਪਣਾ ਚੁੰਬਕੀ ਖੇਤਰ ਬਣੇਗਾ। ਜਿਹੜਾ ਮੇਨ ਫੀਲਡ ਆ ਉਹ ਇਸ ਨੂੰ ਬਾਹਰ ਵੱਲ ਧੱਕਣ ਦੀ ਕੋਸ਼ਿਸ਼ ਕਰਦਾ। ਤਾਂ ਹੁਣ ਜਦੋਂ ਇੱਥੇ ਚਾਲਕ ਘੁੰਮੇਗਾ ਤਾਂ ਇਸ ਨੇ ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼ ਘੁੰਮਣਾ ਹੈ। ਤਾਂ ਉਸ ਵੇਲੇ ਜਦੋਂ ਇਹਨੇ ਘੁੰਮਣਾ ਸ਼ੁਰੂ ਕਰਨਾ ਹੈ ਤਾਂ ਇਸ ਨੇ ਜਿਹੜੀਆਂ ਚੁੰਬਕੀ ਬਲ ਰੇਖਾਵਾਂ ਨੂੰ ਕੱਟੇਗਾ। ਤਾਂ ਇੱਥੇ ਫੈਰਾਡੇ ਲਾ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਹੈ ਜਿਹੜਾ ਸਿਧਾਂਤ ਉਹ ਲਾਗੂ ਹੋ ਜਾਏਗਾ। ਤਾਂ ਇਹ ਕੰਡਕਟਰ ਜਿਹਨੂੰ ਅਸੀਂ ਸਪਲਾਈ ਦਿੱਤੀ ਆ ਇਸ ਦੇ ਵਿੱਚ ਵੀ EMF ਇੰਡਿਊਸ ਹੋ ਜਾਏਗੀ, ਕਿਉਂਕਿ ਇਹ ਕੰਡਕਟਿੰਗ ਮਟੀਰੀਅਲ ਆ, ਕੰਡਕਟਰ ਹੈ, ਔਰ ਚੁੰਬਕੀ ਖੇਤਰ ਨੂੰ ਕੱਟ ਰਿਹਾ ਜਦੋਂ ਇਹ ਚੁੰਬਕੀ ਬਲ ਰੇਖਾਵਾਂ ਦੇ ਵਿੱਚੋਂ ਘੁੰਮੇਗਾ। ਤਾਂ ਉਹ ਜਿਹੜੀ EMF ਪੈਦਾ ਹੋਈ ਹੈ ਉਹ ਦਿੱਤੀ ਸਪਲਾਈ ਤੋਂ ਉਲਟ ਹੁੰਦੀ ਹੈ, ਯਾਨੀ ਕਿ ਜਿਹੜੀ ਸਾਈਡ ਅਸੀਂ ਪੋਜ਼ਿਟਿਵ ਸਪਲਾਈ ਦਿੱਤੀ ਹੈ ਤਾਂ ਜਿਹੜੀ ਇੰਡਿਊਸ EMF ਹੋਈ ਹੈ ਉਹ ਇੱਧਰਲੀ ਸਾਈਡ ਨੈਗੇਟਿਵ ਹੋਏਗੀ ਔਰ ਇੱਧਰ ਨੈਗੇਟਿਵ ਵਾਲੀ ਸਾਈਡ ਪੋਜ਼ਿਟਿਵ ਹੋਏਗੀ। ਤਾਂ ਦਿੱਤੀ ਸਪਲਾਈ ਤੋਂ ਉਲਟ ਹੁੰਦੀ ਹੈ, ਇਸ ਕਰਕੇ ਇਸ EMF ਨੂੰ ਬੈਕ EMF ਕਿਹਾ ਜਾਂਦਾ। ਤਾਂ ਇਹ ਤਕਰੀਬਨ ਜਿਹੜੀ ਸਪਲਾਈ ਅਸੀਂ ਦਿੱਤੀ ਹੁੰਦੀ ਹੈ ਉਸ ਦਾ 98% ਹੁੰਦੀ ਹੈ। ਲੇਕਿਨ ਜਦੋਂ ਆਰਮੇਚਰ ਸਥਿਰ ਹੈ ਯਾਨੀ ਕਿ ਇਹ ਘੁੰਮ ਨਹੀਂ ਰਿਹਾ ਤਾਂ ਉਸ ਵੇਲੇ ਕੋਈ EMF ਪੈਦਾ ਨਹੀਂ ਹੁੰਦੀ, ਕਿਉਂਕਿ ਇਹ ਕੰਡਕਟਰ ਕਿਸੇ ਮੈਗਨੈਟਿਕ ਲਾਈਨ ਨੂੰ ਕੱਟ ਨਹੀਂ ਰਿਹਾ ਹੁੰਦਾ। ਤਾਂ ਇੱਥੇ ਜਿਹੜਾ ਆਨਸਰ ਅਸੀਂ ਦੇਵਾਂਗੇ ਕਿ ਜਦੋਂ DC ਮੋਟਰ ਦਾ ਆਰਮੇਚਰ ਸਥਿਰ ਹੁੰਦਾ ਹੈ ਤਾਂ ਜਿਹੜੀ ਬੈਕ EMF ਹੈ ਉਹ 0 ਹੁੰਦੀ ਹੈ। ਆਪਸ਼ਨ ਬੀ ਸਹੀ ਹੈ 9ਵੇਂ ਦੀ। 10ਵਾਂ ਕੁਐਸਚਨ ਹੈ DC ਸ਼ੰਟ ਮੋਟਰ ਦੇ ਆਰਮੇਚਰ ਕੰਟਰੋਲ ਨਾਲ ਮੋਟਰ ਦੀ ਸਪੀਡ 'ਤੇ ਕੀ ਅਸਰ ਪੈਂਦਾ ਹੈ।
ਆਪਸ਼ਨ ਏ ਹੈਗੀ ਹੈ ਨਾਰਮਲ ਸਪੀਡ ਤੋਂ ਵੱਧ ਪ੍ਰਾਪਤ ਹੁੰਦੀ ਹੈ, ਬੀ ਹੈਗਾ ਨਾਰਮਲ ਸਪੀਡ ਤੋਂ ਘੱਟ ਪ੍ਰਾਪਤ ਹੁੰਦੀ ਹੈ, ਸੀ ਹੈਗਾ ਸਪੀਡ ਦਾ ਕੋਈ ਫਰਕ ਨਹੀਂ ਪੈਂਦਾ, ਔਰ ਡੀ ਹੈਗਾ ਉਪਰੋਕਤ ਕੋਈ ਵੀ ਨਹੀਂ। ਤਾਂ ਜਿਹੜੀ ਨਾਰਮਲ ਸਪੀਡ ਤੋਂ ਅਸੀਂ ਸਪੀਡ ਵੱਧ ਜਾਂ ਘੱਟ ਪ੍ਰਾਪਤ ਕਰਨ ਲਈ ਡੀਸੀ ਸ਼ੰਟ ਮੋਟਰ ਦੇ ਉੱਪਰ ਦੋ ਜਿਹੜੇ ਵਿਧੀਆਂ ਅਪਣਾਉਣੇ ਆ, ਆਰਮੇਚਰ ਕੰਟਰੋਲ ਔਰ ਫੀਲਡ ਕੰਟਰੋਲ। ਤਾਂ ਜਦੋਂ ਆਰਮੇਚਰ ਦੇ ਸੀਰੀਜ਼ ਵਿੱਚ ਅਸੀਂ ਰਜਿਸਟੈਂਸ ਐਡ ਕਰਦੇ ਹਾਂ ਤਾਂ ਉਸ ਸਮੇਂ ਬੈਕ EMF ਘਟ ਜਾਂਦੀ ਹੈ, ਜਿਹੜੀ ਅਸੀਂ ਉੱਪਰ ਕੁਐਸਚਨ ਦੇ ਵਿੱਚ ਜਾਣਿਆ ਸੀ, ਕਿਉਂਕਿ ਜਿਹੜੀ ਸਪੀਡ ਹੈਗੀ ਆ ਉਹ ਫਲਕਸ ਦੇ ਇਨਵਰਸਲੀ ਪ੍ਰਪੋਰਸ਼ਨਲ ਯਾਨੀ ਕਿ ਉਲਟਨਪਾਤੀ ਹੁੰਦੀ ਹੈ, ਔਰ ਜਿਹੜੀ ਬੈਕ EMF ਹੈ ਉਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ। ਤਾਂ ਜਦੋਂ ਅਸੀਂ ਆਰਮੇਚਰ ਦੇ ਸੀਰੀਜ਼ ਵਿੱਚ ਰਜਿਸਟੈਂਸ ਐਡ ਕਰਾਂਗੇ ਤਾਂ ਬੈਕ EMF ਘਟ ਜਾਵੇਗੀ, ਜਿਸ ਦੇ ਨਾਲ ਜਿਹੜੀ ਨਾਰਮਲ ਸਪੀਡ ਹੈ ਜਿਹੜੀ ਉਸ ਮੋਟਰ ਦੀ ਫਿਕਸ ਹੈਗੀ ਆ ਉਸ ਤੋਂ ਸਪੀਡ ਘੱਟ ਪ੍ਰਾਪਤ ਹੋਵੇਗੀ। ਤਾਂ ਇੱਥੇ ਜਿਹੜੀ ਆਪਸ਼ਨ ਬੀ 10ਵੇਂ ਦੀ ਸਹੀ ਹੈ। 11ਵਾਂ ਕੁਐਸਚਨ ਹੈ DC ਸੀਰੀਜ਼ ਮੋਟਰ ਨੂੰ ਸਟਾਰਟ ਕਰਨ ਲਈ ਕਿਹੜਾ ਸਟਾਰਟਰ ਵਰਤਿਆ ਜਾਂਦਾ ਹੈ। ਤਾਂ ਜਿਹੜੀਆਂ DC ਮੋਟਰਾਂ ਨੇ ਇਹਨਾਂ ਨੂੰ ਸਟਾਰਟ ਕਰਨ ਦੇ ਲਈ ਜਿਹੜੇ ਸਟਾਰਟਰ ਦੀ ਜ਼ਰੂਰਤ ਪੈਂਦੀ ਹੈ, ਸਟਾਰਟਿੰਗ ਕਰੰਟ ਜ਼ਿਆਦਾ ਹੋਣ ਕਰਕੇ, ਤਾਂ ਉੱਥੇ ਆਰਮੇਚਰ ਦੀ ਰਜਿਸਟੈਂਸ ਘੱਟ ਹੁੰਦੀ ਹੈ, ਔਰ ਇਸੇ ਨੂੰ ਸਟਾਰਟਿੰਗ ਕਰੰਟ ਨੂੰ ਬਚਾਉਣ ਵਾਸਤੇ ਜਿਹੜਾ ਘੱਟ ਕਰਨ ਲਈ ਜਿਹੜਾ ਸਟਾਰਟਰ ਦੀ ਵਰਤੋਂ ਕਰਦੇ ਆ। ਤਾਂ ਇਹ ਮੁੱਖ ਰੂਪ ਵਿੱਚ 3 ਤਰ੍ਹਾਂ ਦੇ ਸਟਾਰਟਰ ਹੈਗੇ ਆ, DC 2 ਪੁਆਇੰਟ, DC 3 ਪੁਆਇੰਟ ਔਰ DC 4 ਪੁਆਇੰਟ ਸਟਾਰਟਰ। ਅਲੱਗ-ਅਲੱਗ ਮੋਟਰ ਦੇ ਲਈ ਇਹ ਸਟਾਰਟਰ ਵਰਤੇ ਜਾਂਦੇ ਆ। ਇਸੇ ਚੈਨਲ ਦੇ ਉੱਪਰ ਇਹਨਾਂ ਸਾਰੇ ਸਟਾਰਟਰਾਂ ਦੀਆਂ ਵੀਡੀਓ ਬਣੀਆਂ ਹੋਈਆਂ, ਇਸ ਦੇ ਵਿੱਚ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਕਿ ਕਿਹੜੀ ਮੋਟਰ ਲਈ ਕਿਹੜਾ ਸਟਾਰਟਰ ਵਰਤਿਆ ਜਾਂਦਾ ਹੈ, ਔਰ ਨਾਲ ਹੀ ਉਸ ਦੇ ਅੰਦਰ ਕੀ ਪਾਰਟਸ ਲੱਗੇ ਹੋਏ ਆ ਔਰ ਕਿਸ ਤਰ੍ਹਾਂ ਇਹ ਸਟਾਰਟਰ ਕੰਮ ਕਰਦਾ, ਉਹ ਤੁਸੀਂ ਵੀਡੀਓ ਦੇ ਵਿੱਚ ਜਾਂ ਇਸ ਚੈਨਲ ਦੇ ਉੱਪਰ ਜਾ ਕੇ ਵੀਡੀਓ ਦੇਖ ਸਕਦੇ ਹੋ। ਤਾਂ ਇੱਥੇ DC ਸੀਰੀਜ਼ ਮੋਟਰ ਬਾਰੇ ਪੁੱਛਿਆ, ਤਾਂ DC ਸੀਰੀਜ਼ ਮੋਟਰ ਦੇ ਵਾਸਤੇ 2 ਪੁਆਇੰਟ ਸਟਾਰਟਰ ਵਰਤਿਆ ਜਾਂਦਾ, ਆਪਸ਼ਨ ਇਸ ਦੀ ਬੀ ਸਹੀ ਹੈ। 12ਵਾਂ ਕੁਐਸਚਨ ਹੈ DC ਸ਼ੰਟ ਮੋਟਰ ਵਿੱਚ ਫੀਲਡ ਕੰਟਰੋਲ ਨਾਲ ਮੋਟਰ ਦੀ ਸਪੀਡ 'ਤੇ ਕੀ ਅਸਰ ਪਵੇਗਾ। ਇਸ ਤੋਂ ਪਹਿਲਾਂ ਜਿਹੜਾ ਅਸੀਂ ਕੁਐਸਚਨ 10 ਨੰਬਰ ਕੀਤਾ ਸੀ ਉਸ ਦੇ ਵਿੱਚ ਆਰਮੇਚਰ ਕੰਟਰੋਲ ਦੇ ਬਾਰੇ ਗੱਲ ਕੀਤੀ ਸੀ, ਇੱਥੇ ਫੀਲਡ ਕੰਟਰੋਲ ਹੈ, ਕਿਉਂਕਿ ਜਿਹੜਾ DC ਸ਼ੰਟ ਮੋਟਰ ਹੈ ਇਸ ਦੇ ਵਿੱਚ ਆਰਮੇਚਰ ਔਰ ਫੀਲਡ ਦੋ ਪਾਰਟ ਆ ਜਾਂਦੇ ਆ। ਤਾਂ ਪਹਿਲਾਂ ਆਰਮੇਚਰ ਦੇ ਜਦੋਂ ਸੀਰੀਜ਼ ਦੇ ਵਿੱਚ ਅਸੀਂ ਰਜਿਸਟੈਂਸ ਲਗਾਉਣੇ ਆ ਤਾਂ ਜਿਹੜੀ ਬੈਕ EMF ਘਟ ਜਾਂਦੀ ਹੈ, ਤਾਂ ਨਾਰਮਲ ਤੋਂ ਸਪੀਡ ਘੱਟ ਮਿਲਦੀ ਹੈ। ਲੇਕਿਨ ਜਦੋਂ ਅਸੀਂ ਫੀਲਡ ਵਾਈਂਡਿੰਗ ਦੇ ਸੀਰੀਜ਼ ਵਿੱਚ ਰਜਿਸਟੈਂਸ ਲਗਾਉਣੇ ਆ, ਫੀਲਡ ਨੂੰ ਕੰਟਰੋਲ ਕਰਦੇ ਆ, ਤਾਂ ਜਦੋਂ ਫੀਲਡ ਦੇ ਸੀਰੀਜ਼ ਵਿੱਚ ਰਜਿਸਟੈਂਸ ਲੱਗੇਗੀ ਤਾਂ ਫੀਲਡ ਦਾ ਕਰੰਟ ਜਿਹੜਾ ਘਟ ਜਾਏਗਾ, ਫਲਕਸ ਘਟ ਜਾਏਗਾ। ਤਾਂ ਜਿਹੜੀ ਸਪੀਡ ਹੈਗੀ ਆ ਮੋਟਰ ਦੀ ਉਹ ਫਲਕਸ ਦੇ ਇਨਵਰਸਲੀ ਪ੍ਰਪੋਰਸ਼ਨਲ ਹੁੰਦੀ ਹੈ, ਕਿ ਜੇ ਫਲਕਸ ਵਧੇਗਾ ਤਾਂ ਸਪੀਡ ਘਟੇਗੀ, ਔਰ ਜੇ ਫਲਕਸ ਘਟੇਗਾ ਤਾਂ ਸਪੀਡ ਵੱਧ ਜਾਵੇਗੀ। ਤਾਂ ਇੱਥੇ ਜਦੋਂ ਅਸੀਂ ਫੀਲਡ ਦੇ ਸੀਰੀਜ਼ ਵਿੱਚ ਰਜਿਸਟੈਂਸ ਲਗਾਵਾਂਗੇ ਤਾਂ ਫੀਲਡ ਦਾ ਕਰੰਟ ਘਟਣ ਨਾਲ ਫੀਲਡ ਫਲਕਸ ਘਟੇਗਾ ਔਰ ਨਾਰਮਲ ਤੋਂ ਸਪੀਡ ਵੱਧ ਜੂਗੀ। ਤਾਂ ਇੱਥੇ ਆਪਸ਼ਨ ਜਿਹੜੀਆਂ ਦਿੱਤੀਆਂ ਗਈਆਂ ਨੇ ਉਹ ਇਹ ਹੈਗੀ ਆ ਨਾਰਮਲ ਤੋਂ ਸਪੀਡ ਘੱਟ ਪ੍ਰਾਪਤ ਹੁੰਦੀ ਹੈ, ਬੀ ਨਾਰਮਲ ਤੋਂ ਸਪੀਡ ਵੱਧ ਪ੍ਰਾਪਤ ਹੁੰਦੀ ਹੈ, ਸੀ ਸਪੀਡ ਸਥਿਰ ਰਹਿੰਦੀ ਹੈ, ਔਰ ਡੀ ਉਪਰੋਕਤ ਕੋਈ ਵੀ ਨਹੀਂ। ਤਾਂ ਇੱਥੇ ਆਪਸ਼ਨ ਬੀ ਹੈਗੀ ਆ ਨਾਰਮਲ ਤੋਂ ਸਪੀਡ ਵੱਧ ਜਾਂਦੀ ਹੈ। ਤਾਂ ਥੋੜ੍ਹਾ ਜਿਹਾ ਫਿਰ ਬਰੀਫਲੀ ਦੱਸ ਦੇਵਾਂ, ਜਦੋਂ ਅਸੀਂ ਨਾਰਮਲ ਤੋਂ ਸਪੀਡ ਵਧਾਉਣੀ ਹੈ ਤਾਂ ਅਸੀਂ ਫੀਲਡ ਕੰਟਰੋਲ ਮੈਥਡ ਯੂਜ਼ ਕਰਦੇ ਹਾਂ, ਔਰ ਅਗਰ ਅਸੀਂ ਨਾਰਮਲ ਤੋਂ ਸਪੀਡ ਘੱਟ ਪ੍ਰਾਪਤ ਕਰਨੀ ਹੈ ਤਾਂ ਉੱਥੇ ਅਸੀਂ ਆਰਮੇਚਰ ਕੰਟਰੋਲ ਮੈਥਡ ਯੂਜ਼ ਕਰਦੇ ਹੈਗੇ ਹਾਂ। 13ਵਾਂ ਕੁਐਸਚਨ ਹੈ 3 ਪੁਆਇੰਟ ਸਟਾਰਟਰ ਵਿੱਚ 9 ਵੋਲਟ ਕੋਇਲ NVC ਹੇਠ ਦਿੱਤਿਆਂ ਵਿੱਚੋਂ ਕਿਸ ਦੇ ਸੀਰੀਜ਼ ਵਿੱਚ ਹੁੰਦੀ ਹੈ। ਆਪਸ਼ਨ ਏ ਹੈਗਾ ਸਪਲਾਈ, ਬੀ ਆਰਮੇਚਰ, ਸੀ ਲੀਵਰ, ਡੀ ਫੀਲਡ। ਤਾਂ ਇਹ ਜਿਹੜੇ ਅਲੱਗ-ਅਲੱਗ ਆਪਸ਼ਨ ਦੱਸੀਆਂ, ਤਾਂ ਕਿਸ ਦੇ ਸੀਰੀਜ਼ ਵਿੱਚ 9 ਵੋਲਟ ਕੋਇਲ ਹੁੰਦੀ ਹੈ। 3 ਪੁਆਇੰਟ ਸਟਾਰਟਰ ਜਿਹੜਾ DC ਸ਼ੰਟ ਮੋਟਰ ਜਾਂ ਕੰਪਾਊਂਡ ਮੋਟਰ ਨੂੰ ਚਲਾਉਣ ਦੇ ਲਈ ਅਸੀਂ ਵਰਤਦੇ ਹਾਂ, ਇਸ ਤਰ੍ਹਾਂ ਦਾ ਆ ਜਾਂਦਾ 3 ਪੁਆਇੰਟ ਸਟਾਰਟਰ। 3 ਪੁਆਇੰਟ ਤੋਂ ਭਾਵ 3 ਪੁਆਇੰਟ ਨੇ ਇਸਦੇ, L, Z ਔਰ A। L ਮੀਨਸ ਲਾਈਨ ਜਿਹੜਾ ਸਪਲਾਈ ਨਾਲ ਜੁੜਿਆ ਹੋਇਆ, Z ਮੀਨਸ ਫੀਲਡ, ਔਰ ਜਿਹੜਾ A ਆ ਉਹ ਆਰਮੇਚਰ ਨਾਲ ਕਨੈਕਟ ਹੁੰਦਾ। ਤਾਂ ਇਹ 3 ਟਰਮੀਨਲਾਂ ਦੇ ਨਾਂ 'ਤੇ ਹੀ ਜਿਹੜਾ ਸਟਾਰਟਰ ਦਾ ਨਾਮ 3 ਪੁਆਇੰਟ ਸਟਾਰਟਰ ਹੁੰਦਾ। ਤਾਂ ਇਸ ਦੇ ਵਿੱਚ ਜਿਹੜੀ 9 ਵੋਲਟ ਰਿਲੀਜ਼ ਕੋਇਲ ਲਿਖਿਆ, ਇਸ ਨੂੰ ਅਸੀਂ NVC ਕਹਿ ਦਿੰਦੇ ਹਾਂ। ਇਹ ਓਵਰਲੋਡ ਕੋਇਲ ਹੈ ਔਰ ਇਹ 9 ਵੋਲਟ ਕੋਇਲ ਹੈ। ਤਾਂ ਇਹ ਕਿਸ ਦੇ ਸੀਰੀਜ਼ ਵਿੱਚ ਕਨੈਕਟ ਹੈਗੀ ਆ, ਇਹ ਇੱਥੋਂ ਚੱਲਦੇ ਆ ਤਾਂ ਡਾਇਰੈਕਟ ਆ ਕੇ ਫੀਲਡ ਦੇ ਨਾਲ ਕਨੈਕਟ ਹੁੰਦੀ ਹੈ। ਆਰਮੇਚਰ ਦੇ ਸੀਰੀਜ਼ ਵਿੱਚ ਇਹ ਰਜਿਸਟੈਂਸ ਹੈਗੀ ਆ, ਜਿਹੜਾ ਇਹ ਆਰਮੇਚਰ ਆ, ਔਰ ਇਹ ਹੈਗਾ ਜਿਹੜਾ ਫੀਲਡ ਵਾਈਂਡਿੰਗ, ਉਸ ਦੇ ਸੀਰੀਜ਼ ਵਿੱਚ ਇਹ 9 ਵੋਲਟ ਕੋਇਲ ਆ। ਇੱਥੇ ਇਸ ਨੂੰ ਲੀਵਰ ਕਿਹਾ ਗਿਆ, ਜਿਹੜਾ ਇੱਥੇ ਸੀ ਆਪਸ਼ਨ ਦਿਖਾਈ ਗਈ ਹੈ, ਔਰ ਇਹ ਆ ਗਈ ਸਪਲਾਈ। ਤਾਂ ਜਿਹੜੀ 9 ਵੋਲਟ ਕੋਇਲ ਆ, ਇੱਥੇ ਤੁਸੀਂ ਦੇਖੋਗੇ
ਕਿ ਫੀਲਡ ਵਾਈਂਡਿੰਗ ਦੇ ਸੀਰੀਜ਼ ਵਿੱਚ ਕਨੈਕਟ ਹੈਗੀ ਆ। ਤਾਂ ਇੱਥੇ ਅਸੀਂ ਆਨਸਰ ਜਿਹੜਾ ਦੇਵਾਂਗੇ ਡੀ ਇਸ ਦਾ ਸਹੀ ਹੈ 13ਵੇਂ ਦਾ। 14ਵਾਂ ਕੁਐਸਚਨ ਵੀ ਪਹਿਲੇ ਦੀ ਤਰ੍ਹਾਂ ਹੀ ਰਿਪੀਟ ਹੋਇਆ, ਮੈਂ ਦੁਬਾਰਾ ਦੱਸ ਚੁੱਕਿਆ ਇਸ ਬਾਰੇ ਪਹਿਲਾਂ ਵੀ। DC ਸੀਰੀਜ਼ ਮੋਟਰ ਵਿੱਚ ਫੀਲਡ ਵਾਈਂਡਿੰਗ ਦੀਆਂ ਟਰਨਾਂ ਡੈਸ਼ ਹੁੰਦੀਆਂ ਹਨ। ਆਪਸ਼ਨ ਏ ਵੱਧ, B ਘੱਟ, C ਬਰੀਕ ਤਾਰ ਦੀਆਂ ਔਰ D ਉਪਰੋਕਤ ਕੋਈ ਵੀ ਨਹੀਂ। ਤਾਂ DC ਸੀਰੀਜ਼ ਮੋਟਰ ਵਿੱਚ ਜਿਹੜੀ ਫੀਲਡ ਵਾਈਂਡਿੰਗ ਹੈ ਉਹ ਆਰਮੇਚਰ ਦੇ ਸੀਰੀਜ਼ ਵਿੱਚ ਹੁੰਦੀ ਹੈ ਔਰ ਫੀਲਡ ਵਾਈਂਡਿੰਗ ਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਘੱਟ ਹੁੰਦੀ ਹੈ, ਮੋਟੀ ਤਾਰ ਔਰ ਘੱਟ ਟਰਨਾਂ ਹੁੰਦੀਆਂ ਤਾਂ ਕਿ ਰੈਜ਼ਿਸਟੈਂਸ ਉਸਦੀ ਘੱਟ ਰਵੇ। ਤਾਂ ਆਪਸ਼ਨ ਇਸ ਦੀ B ਸਹੀ ਹੈ 14ਵੇਂ ਦੀ। 15ਵਾਂ ਕੁਐਸਚਨ, ਸੀਰੀਜ਼ ਮੋਟਰ ਨੂੰ ਹਮੇਸ਼ਾ ਡੈਸ਼ 'ਤੇ ਹੀ ਸਟਾਰਟ ਕਰਨਾ ਚਾਹੀਦਾ ਹੈ। ਆਪਸ਼ਨ ਏ ਹੈਗੀਆਂ AC ਵੋਲਟੇਜ, B ਹਾਈ ਵੋਲਟੇਜ, C ਲੋਡ ਔਰ D ਉਪਰੋਕਤ ਕੋਈ ਵੀ ਨਹੀਂ। ਤਾਂ ਇਸ ਦੇ ਬਾਰੇ ਡਿਟੇਲ ਦੇ ਵਿੱਚ ਅਸੀਂ ਪਿਛਲੇ ਕੁਐਸਚਨ ਦੇ ਵਿੱਚ ਜਾਣ ਚੁੱਕੇ ਹਾਂ ਕਿ ਜਿਹੜੀ ਇੱਕ DC ਸੀਰੀਜ਼ ਮੋਟਰ ਹੈਗੀ ਆ ਉਸ ਨੂੰ ਹਮੇਸ਼ਾ ਲੋਡ ਦੇ ਉੱਪਰ ਹੀ ਸਟਾਰਟ ਕਰਨਾ ਚਾਹੀਦਾ ਹੈ। ਅਗਰ ਅਸੀਂ ਵਿਦਆਊਟ ਲੋਡ ਚਲਾਵਾਂਗੇ ਤਾਂ ਇਸ ਦੀ ਬਹੁਤ ਜ਼ਿਆਦਾ ਸਪੀਡ ਜਿਹੜੀ ਡੇਂਜਰਸ ਪੁਆਇੰਟ 'ਤੇ ਪਹੁੰਚ ਜਾਵੇਗੀ ਔਰ ਜਿਹੜੀ ਮੋਟਰ ਦੇ ਟੁੱਟਣ ਤੱਕ ਵੀ ਪਹੁੰਚ ਸਕਦੀ ਹੈ, ਇਸ ਦੀ ਨੌਬਤ ਆ ਸਕਦੀ ਹੈ। ਤਾਂ ਜਿਹੜੀ DC ਸੀਰੀਜ਼ ਮੋਟਰ ਹੈ ਉਹ ਹਮੇਸ਼ਾ ਲੋਡ 'ਤੇ ਹੀ ਚਲਾਉਣੀ ਚਾਹੀਦੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਔਰ ਜਿਹੜੇ ਸਾਥੀ ਇਸ ਚੈਨਲ 'ਤੇ ਨਵੇਂ ਨੇ ਉਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਸੋ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮੱਚ।